ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਸਾਧ ਸੰਗਤ ਜੀਓ, ਅੱਜ ਟੋਪਿਕ ਤਾਂ ਕੋਈ ਨਹੀਂ ਆ, ਨਾ ਹੀ ਪਤਾ ਹੈ ਕੀ ਬੋਲਣਾ, ਬਸ ਸ਼ੁਰੂ ਕਰ ਲਈ ਆ ਰਿਕਾਰਡਿੰਗ। ਅਕਸਰ ਸੋਚਦੇ ਹੁੰਦੇ ਆ ਇੱਦਾਂ ਹੀ ਬੈਠੇ ਬੈਠੇ ਕਿ ਉਹ ਵਾਹਿਗੁਰੂ ਕਿੰਨਾ ਅਚਰਜ ਆ, ਜਦੋਂ ਹਿਰਦੇ 'ਚੋਂ ਵਿਸਰਦਾ ਆ ਤਾਂ ਵੀ ਉਹਦੀ ਅਚਰਜਤਾ ਘਟਦੀ ਨਹੀਂ ਭਗਤ ਦੇ ਅੰਦਰੋਂ, ਅਤੇ ਜਦੋਂ ਵਰਸਦਾ ਆ ਉਦੋਂ ਤਾਂ ਫਿਰ ਵਾਹਿਗੁਰੂ, ਉਦੋਂ ਤਾਂ ਫਿਰ ਵਿਸਮਾਦ ਹੋਣਾ ਹੀ ਆ ਰੂਹ ਨੇ। ਪਰ ਜਦੋਂ ਉਹ ਵਿਸਰਦਾ ਵੀ ਆ ਨਾ, ਤੇ ਰੂਹ ਦੇ ਵਾਸਤੇ ਉਹ ਮੂਮੈਂਟ ਜਿਹੜਾ ਆ, ਉਹ ਪਲ ਜਿਹੜਾ ਆ, ਉਹ ਬਸ ਰੂਹ ਦੇਖਦੀ ਰਹਿ ਜਾਂਦੀ ਕਿ ਹੋ ਕੀ ਰਿਹਾ ਹੈ। ਸੇਮ ਕੰਮ ਉਦੋਂ ਵੀ ਹੁੰਦਾ ਜਦੋਂ ਉਹ ਗਲ ਲਾਉਂਦਾ, ਅਤੇ ਸੇਮ ਕੰਮ ਉਦੋਂ ਵੀ ਹੁੰਦਾ ਜਦੋਂ ਕੋਈ ਖਾਲੀਪਨ ਘਰ ਕਰ ਜਾਵੇ, ਪਰ ਉਹਦੀ ਅਚਰਜਤਾ ਨਹੀਂ ਘਟਦੀ। ਕਿਵੇਂ ਇੱਕ ਸੈਕਿੰਡ 'ਚ ਹੀ ਦੇਖਣ ਦਾ ਨਜ਼ਰੀਆ ਵੀ ਚੇਂਜ ਹੈ ਨਾ। ਜਿਹੜੀ ਭਗਤੀ ਵਾਲੀਆਂ ਰੂਹਾਂ ਨਾ, ਉਹ ਇਹਨੂੰ ਬਹੁਤ ਬਹੁਤ ਪਿਆਰੇ ਢੰਗ ਨਾਲ ਸਮਝ ਲੈਣਗੀਆਂ ਕਿ ਕੀ ਵਾਪਰਦਾ ਜਦੋਂ ਗੁਰੂ ਆਪਣੀ ਗੋਦ 'ਚ ਖੜਾਉਂਦਾ, ਅਤੇ ਕੀ ਵਾਪਰਦਾ ਜਦੋਂ ਥੋੜ੍ਹਾ ਜਿਹਾ ਵੀ ਪਿੱਛੇ ਹੋ ਜਾਵੇ। ਫਿਰ ਰੂਹ ਆਪਣੇ ਆਪ ਨੂੰ ਦੇਖਦੀ ਆ, ਸੋਚਦੀ ਆ ਕਿ ਮਨਾ ਸਾਰੀ ਗੱਲ ਆਧਾਰਿਤ ਹੀ ਵਾਹਿਗੁਰੂ 'ਤੇ ਆ, ਹੈ ਨਾ। ਉਹ ਨਾਲ ਰਵੇ ਅਤੇ ਇਹੀ ਰੂਹ ਇੰਨੀ ਬਲਵਾਨ, ਇੰਨੀ ਅਡੋਲ, ਜਿੱਧਰ ਦੇਖਦੀ ਨਾਮ ਹੀ ਨਾਮ। ਜੇ ਕੁਛ ਬੋਲਦੀ ਆ ਅਤੇ ਇੱਦਾਂ ਲੱਗਦਾ ਕਿ ਹਰ ਇੱਕ ਲਫ਼ਜ਼ ਧੁਰ ਤੋਂ ਆ ਰਿਹਾ। ਪਰ ਅਚਰਜਤਾ ਨਹੀਂ ਘਟਦੀ। ਜੇ ਪਿੱਛੇ ਵੀ ਹੋ ਜਾਂਦਾ ਹੈ ਨਾ, ਅਚਰਜਤਾ ਨਹੀਂ ਘਟਦੀ। ਉਹ ਆਪਣੇ ਆਪ ਵੱਲ ਦੇਖਦੀ ਹੈ ਰੂਹ ਕਿ ਤੇਰਾ ਆਪਣਾ ਆਪ ਹੈ ਕੀ ਆ, ਕੁਛ ਵੀ ਨਹੀਂ। ਜਦੋਂ, ਜਾਂ ਕਹਿ ਲਈਏ ਤੇਰੀ ਸਰਦਾਰੀ ਉਦੋਂ ਹੀ ਆ ਜਦੋਂ ਉਹ ਸਰਦਾਰ ਤੇਰੇ ਨਾਲ ਆ। ਤੇਰਾ ਰਾਜ ਉਦੋਂ ਹੀ ਆ ਜਦੋਂ ਉਹ ਰਾਜਾ ਤੇਰੇ ਨਾਲ ਆ। ਅਕਸਰ ਅਸੀਂ ਦੇਖਦੇ ਹਾਂ ਨਾ ਕਿ ਗੁੱਸਾ ਆ ਰਿਹਾ। ਕਦੀ ਸੋਚਿਓ ਗੁੱਸਾ ਕਿਉਂ ਆਉਂਦਾ? ਰੀਜ਼ਨ ਕੋਈ ਵੀ ਹੋਵੇ, ਕੋਈ ਵੀ ਰੀਜ਼ਨ ਹੋਵੇ, ਉਸ ਰੀਜ਼ਨ ਨੂੰ ਸਾਈਡ 'ਤੇ ਕਰ ਦਿਓ। ਉਸ ਰੀਜ਼ਨ ਦਾ ਤੁਹਾਡੇ ਗੁੱਸੇ ਨਾਲ ਕੋਈ ਸੰਬੰਧ ਨਹੀਂ ਹੈ, ਕੋਈ ਸੰਬੰਧ ਨਹੀਂ ਹੈ। ਗੁੱਸੇ ਦਾ ਸਿੱਧਾ ਸੰਬੰਧ ਨਾਮ ਦੇ ਨਾਲ ਹੈ ਬਸ। ਕਦੇ ਵੀ ਗੁੱਸਾ ਆਵੇ ਨਾ, ਅਤੇ ਆਪਣੇ ਆਪ ਨੂੰ ਅੰਦਰੋਂ ਖੋਜਿਓ, ਤੁਹਾਨੂੰ ਅੰਦਰ ਨਾਮ ਨਹੀਂ ਲੱਭਣਾ। ਕਿਉਂ? ਅਤੇ ਜਿਸ ਦਿਨ ਉਹ ਪੂਰਾ ਵਰਸ ਰਿਹਾ ਆ, ਕਿਰਪਾ ਬਣੀ ਹੋਈ ਆ ਅਤਿਅੰਤ, ਰੂਹ ਉਹਦੇ ਰੰਗਾਂ ਦੇ ਵਿੱਚ ਖੇਡ ਰਹੀ ਆ, ਉਦੋਂ ਦੇਖਿਓ ਗੁੱਸਾ ਕਿਉਂ ਨਹੀਂ ਆਉਂਦਾ, ਕਿਉਂ ਨਹੀਂ ਆ ਰਿਹਾ ਗੁੱਸਾ, ਕਿਉਂ ਰੂਹ ਦਾ ਨਜ਼ਰੀਆ ਚੇਂਜ ਆ, ਕਿਉਂ ਹੋਰ ਕੁਛ ਪਸੰਦ ਹੀ ਨਹੀਂ ਆ ਰਿਹਾ। ਕਿਉਂਕਿ ਉਸ ਪਲ ਰੂਹ
ਦੇ ਅੰਦਰ ਜੋ ਚੱਲ ਰਿਹਾ ਉਸ ਤੋਂ ਉੱਪਰ ਦੁਨੀਆ ਦੇ ਵਿੱਚ ਕੁਛ ਹੈ ਹੀ ਨਹੀਂ। ਬੜੇ ਰਸ ਨੇ ਦੁਨੀਆ ਤੇ, ਬਹੁਤ ਰਸ ਨੇ। ਜੀਵ ਦੇ ਰਸ ਨੇ, ਅਨੇਕਾਂ ਰਸ ਨੇ ਜਿਨ੍ਹਾਂ ਦੇ ਨਾਮ ਵੀ ਸ਼ਾਇਦ ਉਹਨਾਂ ਨੂੰ ਸ਼ਬਦਾਂ 'ਚ ਬਿਆਨ ਨਹੀਂ ਕੀਤਾ ਜਾ ਸਕਦਾ। ਕਾਮ ਰਸ ਆ, ਪਰ ਜਿਸ ਸਮੇਂ ਗੁਰੂ ਅੰਦਰ ਵਰਤ ਰਿਹਾ, ਨਾ ਉਹਨੂੰ ਕ੍ਰੋਧ ਖਿੱਚ ਪਾ ਰਿਹਾ, ਨਾ ਉਹਨੂੰ ਕਾਮ ਖਿੱਚ ਪਾ ਰਿਹਾ, ਨਾ ਉਹਨੂੰ ਮੋਹ ਖਿੱਚ ਪਾ ਰਿਹਾ, ਕੋਈ ਖਿੱਚ ਨਹੀਂ ਪਾ ਰਿਹਾ ਉਹਨੂੰ। ਕਿਉਂ? ਕਿਉਂਕਿ ਜਿਹੜੀ ਚੀਜ਼ ਅੰਦਰ ਆ, ਰੂਹ ਨੇ ਉਹਨੂੰ ਪਹਿਚਾਣ ਰੱਖਿਆ ਕਿ ਉਹ ਗੁੱਸਾ ਕਿਉਂ ਕਰੂਗੀ। ਉਹ ਗੁੱਸਾ ਤਾਂ ਹੀ ਕਰੂਗੀ ਜੇ ਨਾਮ ਨੂੰ ਪਾਸੇ ਕਰੂਗੀ। ਤੇ ਜਦੋਂ ਤੱਕ ਨਾਮ ਸੁਹਾਵਣਾ ਲੱਗ ਰਿਹਾ, ਜਦੋਂ ਤੱਕ ਵਾਹਿਗੁਰੂ ਦੀ ਛੋਹ ਜਿਹੜੀ ਆ ਉਹ ਪਿਆਰੀ ਲੱਗ ਰਹੀ ਆ, ਉਦੋਂ ਤੱਕ ਨਾ ਉਹਨੂੰ ਕ੍ਰੋਧ ਹੋਣਾ, ਨਾ ਉਹ ਕਿਸੇ ਮੋਹ 'ਚ ਫਸ ਸਕਦੀ ਆ। ਕਿਉਂਕਿ ਮੋਹ ਨੂੰ, ਇਹਨਾਂ ਸਾਰੀਆਂ ਚੀਜ਼ਾਂ ਨੂੰ ਬਣਾਉਣ ਵਾਲਾ ਅੰਦਰ ਬਿਰਾਜਮਾਨ ਹੈ, ਅੰਦਰ ਵਰਤ ਰਿਹਾ ਆ। ਫਿਰ ਰਾਜੇ ਨੂੰ ਛੱਡ ਕੇ ਛੋਟੇ ਜਿਹੇ ਸਿਪਾਹੀ ਨੂੰ ਕੌਣ ਪੁੱਛਦਾ? ਕੋਈ ਵੀ ਨਹੀਂ। ਤੇ ਸੋਚਿਓ, ਜਿੱਦਣ ਗੁੱਸਾ ਆ ਰਿਹਾ, ਵਿਕਾਰ ਖਿੱਚ ਰਹੇ ਆ। ਕਿਉਂ ਖਿੱਚ ਰਹੇ ਆ? ਕਿਉਂਕਿ ਅੰਦਰ ਉਸ ਚੀਜ਼ ਤੋਂ ਵੱਡੀ ਚੀਜ਼ ਹੈ ਨਹੀਂ। ਅੱਜ ਕਦੀ ਵੀ ਗੁੱਸਾ ਆਵੇ ਨਾ, ਜਾਂ ਕਦੀ ਮੋਹ ਆਵੇ, ਕੋਈ ਕੁਛ ਵੀ ਆ, ਕੋਈ ਵੀ ਵਿਕਾਰ ਆਵੇ, ਅੰਦਰੋਂ ਖੋਜਿਓ। ਕ੍ਰੋਧ ਤਾਂ ਆ ਰਿਹਾ ਕਿਉਂਕਿ ਉਸ ਸਮੇਂ ਕ੍ਰੋਧ ਤੋਂ ਵੱਡੀ ਚੀਜ਼ ਅੰਦਰ ਨਹੀਂ ਆ। ਬਸ ਇੰਨੀ ਸਮਝ ਲਿਓ। ਜੇ ਕਿਸੇ ਦੁਨਿਆਵੀ ਰਸ ਵੱਲ ਰੂਹ ਭਟਕ ਰਹੀ ਆ, ਗੁਲਾਮ ਹੋਈ ਪਈ ਆ, ਖਿੱਚ ਬਣ ਗਈ ਆ, ਵਿਕਾਰਾਂ ਦੇ ਪ੍ਰਤੀ ਖਿੱਚ ਬਣ ਗਈ ਆ, ਤੇ ਯਾਦ ਰੱਖਣਾ, ਰੂਹ ਦੇ ਕੋਲ ਉਸ ਰਸ ਤੋਂ ਵੱਡੀ ਕੋਈ ਚੀਜ਼ ਨਹੀਂ ਆ, ਤਾਂ ਕਰਕੇ ਉਸ ਵੱਲ ਖਿੱਚੀ ਗਈ। ਪਰ ਜਿਸ ਦਿਨ ਗੁਰੂ ਵਰਤ ਰਿਹਾ, ਜਿਸ ਦਿਨ ਉਹਦੀ ਮਿਹਰ ਆ, ਉਸ ਦਿਨ ਕੁਛ ਵੀ ਤੁਹਾਨੂੰ ਛੂਹ ਵੀ ਨਹੀਂ ਪਾਉਂਦਾ। ਕਿਉਂ? ਕਿਉਂਕਿ ਉਸ ਸਮੇਂ ਜੋ ਤੁਹਾਡੇ ਅੰਦਰ ਚੱਲ ਰਿਹਾ ਉਹ ਪਰਮ ਆ, ਉਹ ਉੱਚਤਮ ਆ, ਉਹ ਪਰੇ ਤੋਂ ਪਰੇ ਆ, ਉਹ ਪਰੇ ਹੈ, ਪਵਿੱਤਰ ਆ। ਫਿਰ ਉੱਥੇ ਬਾਣੀ ਦੀ ਇੱਕ ਇੱਕ ਤੁਕ ਜਿਹੜੀ ਆ ਅੰਦਰ ਘਟਦੀ ਆ। ਆਪਾਂ ਕਹਿੰਦੇ ਨਾ, ਬਾਣੀ ਨੂੰ ਕਮਾਉਣਾ ਆ, ਪੜ੍ਹਨਾ ਨਹੀਂ। ਜਦੋਂ ਉਹ ਵਾਹਿਗੁਰੂ ਆਪਣੀ ਕਿਰਪਾ ਕਰਦਾ ਆ, ਭਗਤ ਉਸੇ ਸੈਕਿੰਡ ਤੋਂ ਹੀ ਬਾਣੀ ਦੀ ਇੱਕ ਇੱਕ ਲਾਈਨ ਦੇ ਕਾਬਿਲ ਹੋ ਜਾਂਦਾ। ਸਾਜਨ ਹੋਵਨ ਆਪਣੇ, ਕਿਉਂ ਪਰ ਘਰ ਜਾਹੀ, ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ। ਸਾਜਨ ਹੋਵਨ ਆਪਣੇ, ਕਿਉਂ ਪਰ ਘਰ ਜਾਹੀ। ਕਿੱਡੀ ਵੱਡੀ ਗੱਲ ਆ। ਰੂਹ ਇਸ ਬਾਣੀ ਦਾ ਰੂਪ ਹੀ ਹੋ ਗਈ ਵੀ ਜੇ ਅੰਦਰ ਸੱਚ ਆ, ਜੇ ਅੰਦਰ ਪਿਆਰਾ ਗੂੰਜ ਰਿਹਾ, ਪਿਆਰਾ ਵਰਤ ਰਿਹਾ, ਫਿਰ ਕਿਉਂ ਪਰ ਘਰ ਜਾਹੀ। ਫਿਰ ਕਿੱਦਾਂ ਪਰਾਏ ਘਰ ਚੱਲ ਜੂਗੀ ਇਹ ਸੁਰਤ? ਕਿੱਦਾਂ ਇਹਨੂੰ ਰਸ ਜਿਹੜੇ ਆ ਉਹ ਲੁਭਾ ਲੈਣਗੇ? ਕਿੱਦਾਂ ਇਹ ਮੋਹ 'ਚ ਫੜੀ ਜਾਊਗੀ? ਕਦੀ ਵੀ ਨਹੀਂ ਫੜੀ ਜਾ ਸਕਦੀ। ਸਾਜਨ ਹੋਣ ਆਪਣੇ, ਕਿਉਂ ਪਰ ਘਰ ਜਾਹੀ। ਰਾਜਾ ਆਪਣੇ ਘਰੇ ਬੈਠਾ ਆ ਤੇ
ਤੇ ਸੁਰਤ ਕਿਵੇਂ ਕਿਤੇ ਹੋ ਜਾਵੇ। ਸਾਜਨ ਰਾਤੇ ਸੱਚ ਕੇ ਸੰਗੇ ਮਨ ਮਾਹੀ, ਮਨ 'ਚ ਹੀ ਸਭ ਕੁਝ ਚੱਲ ਰਿਹਾ। ਮਨ ਜੀਤਾ ਹੈ ਜਗ ਜੀਤ, ਅੰਦਰੋਂ ਜੁੜ ਗਿਆ ਨਾ, ਫਿਰ ਬਾਹਰ ਕਿਉਂ ਜਾਊਗੀ ਸੁਰਤ, ਜਾ ਹੀ ਨਹੀਂ ਸਕਦੀ। ਤੇ ਅਸਚਰਜਤਾ ਫਿਰ ਉੱਥੇ ਆ ਜਾਂਦੀ ਕਿ ਸਭ ਕੁਝ ਆਧਾਰਿਤ ਹੀ ਤੇਰੀ ਕਿਰਪਾ ਤੇ ਆ। ਕਿਰਪਾ ਹੈ ਤਾਂ ਤੂੰ ਆ, ਕਿਰਪਾ ਨਹੀਂ ਆ ਤੇ ਫਿਰ ਆਪਣਾ ਆਪ ਤਾਂ ਦਿਖਣਾ ਹੀ ਆ ਕਿ ਅਸੀਂ ਕੀ ਆ, ਤੇਰੇ ਬਿਨਾ ਅਸੀਂ ਕੀ ਆ, ਆਪਣਾ ਆਪ ਦਿਖ ਜਾਂਦਾ। ਸੋ ਜਿਸ ਦਿਨ ਕਿਰਪਾ ਨਹੀਂ ਆ ਨਾ, ਉਸ ਦਿਨ ਕਦੇ ਵੀ ਨਿਰਾਸ਼ ਨਹੀਂ ਹੋਣਾ। ਉਸ ਦਿਨ ਆਪਣੇ ਅੰਦਰ ਝਾਤੀ ਮਾਰਨੀ ਆ ਕਿ ਦੇਖ ਤੂੰ ਕੀ ਆ, ਤੇਰਾ ਵਜੂਦ ਕੀ ਆ ਵਾਹਿਗੁਰੂ ਤੋਂ ਬਿਨਾ। ਉਸ ਦਿਨ ਚਾਂਸ ਆ, ਉਸ ਦਿਨ ਮੌਕਾ ਆ ਖੁਦ ਨੂੰ ਖੋਜਣ ਦਾ। ਜਿਸ ਦਿਨ ਉਹ ਵਰਸ ਰਿਹਾ ਆ, ਉਸ ਦਿਨ ਦਾ ਫਿਰ ਧਿਆਨ ਉਹਦੇ 'ਚ ਹੀ ਆ, ਬਸ ਉਹਦੇ ਪ੍ਰੇਮ 'ਚ ਹੀ ਆ। ਫਿਰ ਉਹਨੂੰ ਪੋਹ ਕੋਈ ਨਹੀਂ ਸਕਦਾ। ਫਿਰ ਆਪਣੇ ਆਪ ਉਹਦਾ ਨਜ਼ਰੀਆ ਚੇਂਜ ਆ। ਬੇਵੱਸ ਆ ਉਦੋਂ ਉਹ ਕਰਤਾਰ, ਜਦੋਂ ਆਪ ਹੀ ਖੇਡ ਰਿਹਾ ਆ, ਜਦੋਂ ਡਰਾਈਵਿੰਗ ਸੀਟ 'ਤੇ ਹੀ ਉਹ ਆ, ਫਿਰ ਉੱਥੇ ਕੁਛ ਸੋਚਣ ਦੀ ਗੱਲ ਹੀ ਨਹੀਂ। ਪਰ ਜਦੋਂ ਨਹੀਂ ਆ, ਨਹੀਂ ਕਿਰਪਾ ਵਰਤ ਰਹੀ ਅੰਦਰ, ਕੁਛ ਵੀ ਰੀਜ਼ਨ ਹੈ, ਕੋਈ ਵੀ ਰੀਜ਼ਨ ਹੈ, ਪਰ ਆਪਣੇ ਆਪ ਨਾਲ ਗੱਲ ਜ਼ਰੂਰ ਕਰਨੀ ਆ ਕਿ ਦੇਖ ਬਸ ਤੇਰੀ ਇੰਨੀ ਕੀ ਔਕਾਤ ਆ, ਹਨਾ। ਤੂੰ ਹਉਮੈ ਕਿੱਦਾਂ ਆਊਗੀ ਉਹਨੂੰ, ਜੇ ਉਹਨੂੰ ਆਪਣੀ ਅਸਲੀਅਤ ਪਤਾ ਆ ਕਿ ਮਨਾ ਤੂੰ ਇਹੀ ਆ, ਬਸ ਇਹੀ ਤੇਰਾ ਵਜੂਦ ਹੈ। ਤੇ ਦੇਖ ਤੈਨੂੰ ਕਿੰਨੀਆਂ ਆਤਮਿਕ ਮੁਸ਼ਕਿਲਾਂ ਨੇ ਘੇਰਿਆ ਹੋਇਆ। ਦੇਖ ਤੂੰ ਬੇਵੱਸ ਆ, ਤੇਰਾ ਕੋਈ ਵਸ ਨਹੀਂ, ਤੇਰਾ ਕੋਈ ਵਾਲੀ ਵਾਰਿਸ ਨਹੀਂ। ਫਿਰ ਉਹ ਹਉਮੈ 'ਚ ਕਿੱਥੋਂ ਆ ਜਾਊਗਾ ਜਦੋਂ ਆਪਣੀ ਬੇਵਸੀ ਦਿਖੀ, ਹੈ ਨਾ, ਕਿ ਬੇਵੱਸ ਆ, ਬਸ ਕੁਛ ਵਸ 'ਚ ਹੀ ਨਹੀਂ ਆ। ਫਿਰ ਉੱਥੇ ਸਿਵਾਏ ਬੇਨਤੀ ਤੋਂ ਕੁਛ ਨਿਕਲ ਹੀ ਨਹੀਂ ਸਕਦਾ। ਫਿਰ ਉਹਦੇ ਤੋਂ ਦੂਰ ਹੋ ਕੇ ਵੀ ਇਹੀ ਨਿਕਲੂਗਾ ਕਿ ਤੂੰ ਵਾਹ ਹੈ, ਤੂੰ ਵਾਹਿਗੁਰੂ ਆ, ਤੇਰੀ ਕਿਰਪਾ ਆ ਤਾਂ ਹੀ ਆਤਮਿਕ ਜੀਵਨ ਜਿਉਂਦਾ ਆ, ਮੇਰਾ ਕੁਛ ਨਹੀਂ ਹੈ। ਉਹਦੇ ਤੋਂ ਦੂਰ ਹੋਣਾ ਵੀ ਕੁਛ ਸਿਖਾ ਜਾਂਦਾ ਹੈ, ਉਹਦਾ ਵਰਤਣਾ, ਤੇ ਫਿਰ ਉਹ ਆਪ ਹੀ ਵਰਤਦਾ ਨਾ। ਹੈ ਉਦੋਂ ਵੀ ਬੇਵਸੀ ਆ, ਵਸ ਉਦੋਂ ਵੀ ਕੋਈ ਨਹੀਂ ਆ, ਕਿਉਂਕਿ ਜੋ ਉਹਨੇ ਖੇਡਣਾ ਉਹਨੇ ਹੀ ਖੇਡਣਾ, ਆਪਣਾ ਵਸ ਕੋਈ ਨਹੀਂ। ਦੋਵੇਂ ਚੀਜ਼ਾਂ, ਦੋਵੇਂ ਸਿਚੁਏਸ਼ਨ 'ਚ ਹੀ ਬੇਵਸੀ ਆ। ਪਰ ਅਰਦਾਸ ਜਿਹੜੀ ਆ ਉਹ ਬੇਵਸੀ ਰੂਪੀ ਜਿਹੜੀ ਅਰਦਾਸ ਆ, ਉਹ ਵਾਹਿਗੁਰੂ ਨੂੰ ਬਹੁਤ ਪਸੰਦ ਆ, ਬਹੁਤ ਪਸੰਦ ਆ। ਜਦੋਂ ਕੋਈ ਸੱਚਮੁੱਚ ਕਹਿ ਦਿੰਦਾ ਨਾ, ਕਿ ਜਿਹਨੂੰ ਅਹਿਸਾਸ ਵੀ ਹੋ ਜਾਂਦਾ ਹੈ ਕਿ ਬਹੁਤ ਬੇਵੱਸ ਆ, ਵਾਹਿਗੁਰੂ ਗੁਰੂ ਸਾਹਿਬ ਆਪ ਉਹਦੇ ਕੋਲ ਚੱਲ ਕੇ ਆਉਂਦੇ। ਫਿਰ ਉਹ ਖੁਦ ਨਹੀਂ ਰਹਿ ਪਾਉਂਦੇ, ਉਹਨਾਂ ਦਾ ਵੀ ਦਿਲ ਨਹੀਂ ਲੱਗਦਾ। ਗੁਣਾਂ ਦਾ ਭੰਡਾਰ ਆ ਨਾ, ਜਿੱਥੇ ਕੋਈ ਉਹਨੂੰ ਅਨਾਥ ਦਿਸਦਾ ਆ, ਬੇਸਹਾਰਾ ਦਿਸਦਾ ਆ, ਉੱਥੇ ਉਹ ਪਹੁੰਚਦਾ ਜ਼ਰੂਰ ਆ। ਕੋਈ ਦਿਖੇ ਸਹੀ, ਕੋਈ ਪੁਕਾਰੇ ਸਹੀ ਕਿ ਸੱਚਮੁੱਚ ਬੇਵੱਸ ਆ।
ਉਹ ਟਾਈਮ ਨਹੀਂ ਲਾਉਂਦਾ। ਇਹੀ ਤੇ ਉਹਦਾ ਗੁਣ ਆ। ਉਹ ਕਿਸੇ ਕਰੂੜ ਤੋਂ ਕਰੂੜ ਨੂੰ ਸਜ਼ਾ ਦੇਣ 'ਚ ਭਾਵੇਂ ਟਾਈਮ ਲਗਾ ਦੇਵੇ, ਪਰ ਉਹ ਕਿਸੇ ਬੇਵੱਸ ਨੂੰ ਬੇਸਹਾਰਾ ਨਹੀਂ ਛੱਡਦਾ। ਬਸ ਪੁਕਾਰ ਹੋਈ ਨਹੀਂ ਤੇ ਉਹਨੇ ਆਣ ਕੇ ਬਾਂਹ ਫੜੀ ਨਹੀਂ। ਫਿਰ ਇੱਕ ਗੱਲ ਹੋਰ, ਇੱਕ ਟਾਈਮ ਆਉਂਦਾ ਪੁਕਾਰ ਵੀ ਨਹੀਂ ਹੋ ਪਾਉਂਦੀ ਕਿਸੇ ਨਾਲ। ਕੋਈ ਅਭਿਆਸੀ, ਕੋਈ ਜਗਿਆਸੂ ਇਹਨੂੰ ਉਹਨਾਂ ਨਾਲ ਇਹ ਜ਼ਰੂਰ ਵਰਤਿਆ ਹੋਊਗਾ ਕਿ ਕਿਸੇ ਸਮੇਂ ਅਰਦਾਸ ਵੀ ਨਹੀਂ ਹੋ ਪਾਉਂਦੀ। ਫਿਰ ਉਸ ਸਮੇਂ ਜਿਹੜੇ ਇਸ ਰਾਹ ਦੇ ਉੱਪਰ ਵਾਹਿਗੁਰੂ ਦੇ ਪਿਆਰੇ ਨੇ ਉਹ ਕੰਮ ਆਉਂਦੇ ਨੇ। ਇਸੇ ਕਰਕੇ ਕਹੀਦਾ ਕਿ ਸੰਗਤ ਐਸੀ ਰੱਖੋ ਜਿਹੜੀ ਦਲਦਲ 'ਚ ਕੱਢ ਲਵੇ, ਜਿਹੜੀ ਦਲਦਲ ਕੱਢ ਲਵੇ, ਜਿਹਨੂੰ ਕਹਿ ਸਕੋ ਕਿ ਭਾਈ ਮੇਰੇ ਮਨ ਦੀ ਹਾਲਤ ਇਹ ਆ। ਸੰਗਤ 'ਚ ਗੁਰੂ ਵਰਤਦਾ। ਜੇ ਕਦੀ ਡਿੱਗ ਵੀ ਪਏ ਤੇ ਸੰਗਤ ਕੱਢ ਲੈਂਦੀ ਆ। ਸੋ ਟੌਪਿਕ ਕੋਈ ਨਹੀਂ ਸੀ, ਬਸ ਇੱਦਾਂ ਹੀ ਉਹਦੀ ਉਸਤਤ ਕਰਨ ਨੂੰ, ਉਹਦੀ ਉਸਤਤ ਦੀ ਸਾਂਝ ਪਾਉਣ ਨੂੰ ਦਿਲ ਕਰ ਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।